ਅੱਜ ਆਪਾਂ ਜੋ ਪਵਿੱਤਰ ਵਚਨ ਦੇ ਵਿੱਚੋਂ ਸਿੱਖਣਾ ਹੈ ਬਹੁਤ ਹੀ ਸਪੈਸ਼ਲ ਆ, ਬਹੁਤ ਖਾਸ ਯਾਰ, ਉਹ ਸਿੱਖਣਾ ਵੀ ਬਹੁਤ ਜ਼ਰੂਰੀ ਆ। ਤੇ ਅੱਜ ਆਪਾਂ ਜਿਸ ਵਿਸ਼ੇ ਤੇ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਣਾ ਹੈ ਉਹ ਵਿਸ਼ਾ ਹੈ ਡਿਫਰੈਂਸ ਬਿਟਵੀਨ ਕਰਾਊਡ ਐਂਡ ਡਿਸਾਈਪਲਸ। ਭੀੜ ਅਤੇ ਚੇਲਿਆਂ ਦੇ ਵਿਚਕਾਰ ਦਾ ਫਰਕ। ਕੀ ਫਰਕ ਆ ਭੀੜ ਦੇ ਵਿੱਚ ਤੇ ਚੇਲਿਆਂ ਦੇ ਵਿੱਚ? ਤੇ ਅੱਜ ਆਪਾਂ ਦੇਖਣਾ ਆ ਪਵਿੱਤਰ ਬਾਈਬਲ ਦੇ ਵਿੱਚੋਂ ਕਿ ਅਸੀਂ ਭੀੜ ਦੇ ਵਿੱਚ ਆਉਂਦੇ ਆ ਕਿ ਚੇਲਿਆਂ ਦੇ ਵਿੱਚ ਆਉਂਦੇ ਆ। ਸਾਨੂੰ ਭੀੜ ਵਿੱਚ ਹੋਣਾ ਚਾਹੀਦਾ ਕਿ ਚੇਲਿਆਂ ਦੇ ਵਿੱਚ ਹੋਣਾ ਚਾਹੀਦਾ? ਭੀੜ ਦਾ ਰੋਲ ਕੀ ਆ, ਭੀੜ ਕੀ ਹੁੰਦੀ ਆ, ਔਰ ਚੇਲੇ ਕੌਣ ਹੁੰਦੇ ਆ? ਸੋ ਆਓ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਯਸਾਯਾਹ ਦੀ ਕਿਤਾਬ, ਉਸ ਦਾ 29 ਨੰਬਰ ਅਧਿਆਏ ਔਰ ਉਸ ਦੀ 13 ਨੰਬਰ ਪੰਕਤੀ ਦੇ ਵਿੱਚ ਇੱਦਾਂ ਲਿਖਿਆ ਹੈ, ਤਾਂ ਪ੍ਰਭੂ ਨੇ ਆਖਿਆ, ਇਸ ਲਈ ਕਿ ਇਹ ਲੋਕ ਮੇਰੇ ਨੇੜੇ ਆਉਂਦੇ ਅਤੇ ਆਪਣੀਆਂ ਮੂੰਹਾਂ ਔਰ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਉਹਨਾਂ ਦਾ ਦਿਲ ਮੈਥੋਂ ਦੂਰ ਹੈ ਅਤੇ ਮੇਰਾ ਭੈ ਉਹਨਾਂ ਲਈ ਆਦਮੀਆਂ ਦਾ ਹੁਕਮ ਹੀ ਹੈ ਜਿਹੜਾ ਰਟਿਆ ਹੋਇਆ ਹੈ। ਹਾਲੇਲੂਇਆ। ਪ੍ਰਭੂ ਨੇ ਕਿਹਾ, ਇੱਥੇ ਕਿਸੇ ਇਨਸਾਨ ਨੇ ਨਹੀਂ ਕਿਹਾ, ਪ੍ਰਭੂ ਨੇ ਕਿਹਾ, ਕਹਿੰਦਾ ਇਹ ਲੋਕ, ਉਹ ਲੋਕ ਜਿਹੜੇ ਇਕੱਠੇ ਹੋ ਕੇ ਪਰਮੇਸ਼ਵਰ ਦੇ ਨੇੜੇ ਜਾਂਦੇ ਆ, ਕਹਿੰਦਾ ਇਹ ਲੋਕ ਮੇਰੇ ਨੇੜੇ ਆਉਂਦੇ ਆ ਅਤੇ ਆਪਣੀਆਂ ਮੂੰਹਾਂ ਔਰ ਬੁੱਲਾਂ ਨਾਲ ਮੇਰਾ ਆਦਰ ਕਰਦੇ ਆ। ਕਹਿੰਦਾ ਆਪਣੇ ਮੂੰਹ ਨਾਲ ਵੀ ਮੇਰਾ ਆਦਰ ਕਰਦੇ ਆ, ਆਪਣੇ ਬੁੱਲਾਂ ਦੇ ਨਾਲ ਵੀ ਮੇਰਾ ਆਦਰ ਕਰਦੇ ਆ, ਪਰ ਉਹਨਾਂ ਦਾ ਦਿਲ ਮੈਥੋਂ ਦੂਰ ਆ। ਸੋ ਵਚਨ ਇੱਦਾਂ ਦੱਸਦਾ ਆ, ਕਹਿੰਦਾ ਬਾਲੇ ਲੋਕ ਇੱਦਾਂ ਹੀ ਆ ਵੀ ਇਹ ਮੇਰੇ ਨੇੜੇ ਤਾਂ ਆਉਂਦੇ ਆ, ਗੱਲਾਂ ਵੀ ਬਹੁਤ ਸੋਹਣੀਆਂ ਕਰਦੇ ਆ, ਆਪਣੇ ਅੱਖਰਾਂ ਨਾਲ ਮੈਨੂੰ ਇੱਜ਼ਤ ਵੀ ਦਿੰਦੇ, ਆਪਣੇ ਅੱਖਰਾਂ ਦੇ ਨਾਲ ਮੈਨੂੰ ਮਹਿਮਾ ਵੀ ਦਿੰਦੇ ਆ, ਮੂੰਹ ਤੋਂ ਚੰਗੀਆਂ ਹੀ ਗੱਲਾਂ ਬੋਲਦੇ ਆ, ਪਰ ਕਹਿੰਦਾ ਇਹਨਾਂ ਦੇ ਜਿਹੜੇ ਦਿਲ ਆ ਉਹ ਮੇਰੇ ਤੋਂ ਦੂਰ ਆ। ਇਹ ਜਿਹੜੀ ਇੱਜ਼ਤ ਮੂੰਹ ਨਾਲ ਮੈਨੂੰ ਦਿੰਦੇ ਆ, ਜਿਹੜੀ ਮਹਿਮਾ ਮੂੰਹ ਦੇ ਨਾਲ ਮੇਰੀ ਕਰਦੇ ਆ, ਉਹ ਮਹਿਮਾ ਇਹਨਾਂ ਦੇ ਦਿਲਾਂ ਵਿੱਚ ਨਹੀਂ ਆ। ਜਿੱਦਾਂ ਦੀਆਂ ਚੰਗੀਆਂ ਚੰਗੀਆਂ ਗੱਲਾਂ ਇਹ ਮੂੰਹ ਤੋਂ ਕਰਦੇ ਆ, ਉੱਦਾਂ ਦੀਆਂ ਚੰਗੀਆਂ ਗੱਲਾਂ ਇਹਨਾਂ ਦੇ ਦਿਲ ਦੇ ਵਿੱਚ ਨਹੀਂ ਆ। ਇਹ ਮੂੰਹ ਤੋਂ ਤਾਂ ਕਹਿੰਦੇ ਆ ਕਿ ਅਸੀਂ ਪ੍ਰਭੂ ਤੇਰੀ ਹਜ਼ੂਰੀ ਦੇ ਵਿੱਚ ਆ, ਪਰ ਇਹਨਾਂ ਦੇ ਦਿਲ ਮੇਰੀ ਹਜ਼ੂਰੀ ਦੇ ਵਿੱਚ ਨਹੀਂ ਆਉਂਦੇ, ਇਹਨਾਂ ਦੇ ਦਿਲ ਮੈਥੋਂ ਦੂਰ ਹੀ ਰਹਿੰਦੇ ਆ। ਕਹਿੰਦਾ ਅਤੇ ਮੇਰਾ ਭੈ ਉਹਨਾਂ ਲਈ ਆਦਮੀਆਂ ਦਾ ਹੁਕਮ ਹੀ ਆ ਜਿਹੜਾ ਰਟਿਆ ਹੋਇਆ ਆ। ਕਹਿੰਦਾ ਜਿਹੜੇ ਇੱਦਾਂ ਦੇ ਲੋਕ ਆ, ਮੂੰਹ ਨਾਲ ਜਿਹੜੇ ਚੰਗੀਆਂ ਗੱਲਾਂ ਕਰਦੇ, ਮੂੰਹ ਨਾਲ ਸਿਫਤਾਂ ਕਰਦੇ, ਮੂੰਹ ਨਾਲ ਮਹਿਮਾ ਕਰਦੇ ਆ, ਕਹਿੰਦਾ ਇਹ ਮੇਰਾ ਇੰਨਾ ਕੀ ਡਰ ਮੰਨਦੇ ਜਿੱਦਾਂ ਕਿਸੇ ਆਦਮੀ ਦਾ ਹੀ ਹੁਕਮ ਹੋਵੇ। ਕਹਿੰਦਾ ਇਹਦੋਂ ਜ਼ਿਆਦਾ ਸੀਰੀਅਸ ਨਹੀਂ ਲੈਂਦੇ, ਇਹਦੋਂ ਵੱਧ ਭੈ ਨਹੀਂ ਮੰਨਦੇ। ਕਹਿੰਦਾ ਇਹਨਾਂ ਨੂੰ ਰਟਿਆ ਆ ਇਹ ਕਿ ਪ੍ਰਭੂ ਬਹੁਤ ਭੈਦਾਇਕ ਆ, ਪਰਮੇਸ਼ਵਰ ਬਹੁਤ ਭਿਆਨਕ ਆ, ਉਹਦਾ ਕ੍ਰੋਧ ਬਹੁਤ ਵੱਡਾ ਆ। ਇਹਨਾਂ ਨੂੰ ਰੱਟਾ ਲੱਗਿਆ ਵੀ ਸਾਨੂੰ ਪਰਮੇਸ਼ਵਰ ਤੋਂ ਡਰਨਾ ਚਾਹੀਦਾ, ਪਰ ਕਹਿੰਦਾ ਡਰਦੇ ਨਹੀਂ ਆ ਇਹ। ਕਹਿੰਦਾ ਇਹਨਾਂ ਨੂੰ ਇਦਾਂ ਲੱਗਦਾ ਜਿੱਦਾਂ ਕਿਸੇ ਆਦਮੀ ਨੇ ਇਹਨਾਂ ਨੂੰ ਥੋੜਾ ਬਹੁਤਾ ਕਿਹਾ ਹੋਵੇ ਵੀ ਜੇ ਤੁਸੀਂ ਗਲਤੀ ਕੀਤੀ ਫਿਰ ਤੁਹਾਨੂੰ ਸਜ਼ਾ ਮਿਲਣੀ ਆ, ਪਰ ਕਹਿੰਦਾ ਹਕੀਕਤ ਵਿੱਚ ਇਹ ਇਦਾਂ ਨਹੀਂ ਮੰਨਦੇ ਕਿ ਮੈਂ ਪਰਮੇਸ਼ਵਰ ਆ ਔਰ ਸੱਚਮੁੱਚ ਮੈਂ ਗਲਤੀ ਕਰਨ ਵਾਲਿਆਂ ਨੂੰ ਸਜ਼ਾ ਦੇਵਾਂਗਾ। ਇਹ ਕਿਹਨਾਂ ਦੇ ਲਈ ਆ? ਭੀੜ ਦੇ ਵਾਸਤੇ ਆ। ਭੀੜ ਦਾ ਮਤਲਬ ਕੀ ਹੁੰਦਾ? ਭੀੜ ਦਾ ਮਤਲਬ ਆ ਦਰਸ਼ਕ, ਸਿਰਫ ਵੇਖਣ ਵਾਲੇ। ਭੀੜ ਦਾ ਮਤਲਬ ਆ ਕਿ ਉਹਨਾਂ ਦੀ ਇੱਕੋ ਹੀ ਕੋਸ਼ਿਸ਼ ਹੁੰਦੀ, ਸਾਨੂੰ ਪਤਾ ਲੱਗ ਜਾਏ ਅੱਜ ਕਿੱਥੇ ਵੰਡਿਆ ਜਾ ਰਿਹਾ ਆ, ਅੱਜ ਕਿੱਥੇ ਅਸੀਂ ਜਾਈਏ ਕਿ ਜਾ ਕੇ ਲੈ ਆਈਏ, ਹੋਰ ਕੋਈ ਮਤਲਬ ਨਹੀਂ। ਤੁਸੀਂ ਦੇਖੋ ਕਈ ਜਗ੍ਹਾ ਤੇ ਲੰਗਰ ਲੱਗਾ ਹੋਵੇ, ਕਿਸੇ ਜਗ੍ਹਾ ਤੇ ਕੁਝ ਮੁਫਤ ਦੇ ਵਿੱਚ ਵੰਡਿਆ ਜਾ ਰਿਹਾ ਹੋਵੇ, ਉੱਥੇ ਲੰਗਰ ਲਾਉਣ ਵਾਲਾ ਕੌਣ ਆ? ਲੰਗਰ ਲਾਉਣ ਦਾ ਮਕਸਦ ਕੀ ਆ? ਵੰਡੇ ਜਾਣ ਦਾ ਮਕਸਦ ਕੀ ਆ? ਵੰਡਣ ਵਾਲਾ ਕੌਣ ਆ? ਉਹਨਾਂ ਨੂੰ ਕੋਈ ਉਹਦੇ ਨਾਲ ਲੈਣ ਦੇਣ ਨਹੀਂ ਆ, ਪਰ ਉਹਨਾਂ ਦਾ ਮਤਲਬ ਸਿਰਫ ਚੀਜ਼ਾਂ ਦੇ ਨਾਲ ਆ। ਉਹਨਾਂ ਦਾ ਮਤਲਬ ਸਿਰਫ ਉੱਥੋਂ ਚੀਜ਼ਾਂ ਨੂੰ ਲੈਣਾ, ਕਿਹਦੇ ਵਾਸਤੇ? ਸਿਰਫ ਆਪਣੇ ਵਾਸਤੇ। ਔਰ ਇੱਥੋਂ ਤੱਕ ਕਿ ਉਹ ਚੀਜ਼ਾਂ ਨੂੰ ਲੈ ਕੇ ਉਹਨਾਂ ਦੀ ਕਦਰ ਨਹੀਂ ਕਰਦੇ, ਕਿਉਂ? ਕਰਕੇ ਉਹਨਾਂ ਨੂੰ ਮੁਫਤ ਵਿੱਚ ਉਹ ਮਿਲ ਜਾਂਦੀਆਂ ਆ।
ਉਹ ਕੌਣ ਹੁੰਦੇ ਆ? ਭੀੜ ਕਿਹਾ ਜਾਂਦਾ ਉਹਨਾਂ ਨੂੰ। ਭੀੜ ਮਤਲਬ ਪ੍ਰਸਤ ਲੋਕਾਂ ਦੇ ਝੁੰਡ ਨੂੰ ਕਿਹਾ ਜਾਂਦਾ ਹੈ। ਜਿੱਥੇ ਰਸ਼ ਬਹੁਤ ਹੋਏ, ਕਰਾਊਡ ਬਹੁਤ ਹੋਵੇ, ਭੀੜ ਬਹੁਤ ਹੋਵੇ, ਬਹੁਤ ਸਾਰੇ ਲੋਕ ਇਕੱਠੇ ਹੋਏ ਹੋਣ, ਉਹ ਇੱਕ ਭੀੜ ਆ। ਭੀੜ ਦਾ ਮਤਲਬ ਉਹ ਲੋਕ ਜਿਨ੍ਹਾਂ ਦਾ ਦਿਲ ਦੇ ਨਾਲ, ਰੂਹ ਦੇ ਨਾਲ ਕੋਈ ਸੰਪਰਕ ਨਹੀਂ, ਕੋਈ ਲੈਣ ਦੇਣ ਨਹੀਂ, ਸਿਰਫ ਆਪਣੇ ਹੀ ਮਤਲਬ ਦੇ ਵਿੱਚ ਰੰਗੇ ਹੋਏ, ਆਪਣੀ ਖੁਦਗਰਜੀ ਦੇ ਨਾਲ ਭਰੇ ਹੋਏ ਲੋਕਾਂ ਦੇ ਝੁੰਡ ਨੂੰ ਕੀ ਕਿਹਾ ਜਾਂਦਾ? ਭੀੜ ਕਿਹਾ ਜਾਂਦਾ। ਤਾਂ ਹੀ ਉਹ ਕਹਿੰਦਾ ਮੂੰਹ ਨਾਲੇ ਬਹੁਤ ਚੰਗੀਆਂ ਗੱਲਾਂ ਕਰਦੇ ਆ। ਮੂੰਹ ਨਾਲ ਤਾਂ ਉੱਥੇ ਵੀ ਜਿੱਥੇ ਪਰਮੇਸ਼ਵਰ ਦਾ ਕੋਈ ਕੰਮ ਨਾ ਹੋਵੇ, ਪਰ ਉੱਥੇ ਇਹਨਾਂ ਨੂੰ ਫ੍ਰੀ 'ਚ ਕੁਛ ਮਿਲਦਾ ਹੋਵੇ, ਉੱਥੇ ਉਹ ਬੰਦੇ ਨੂੰ ਪਿੱਠ ਪਿੱਛੋਂ ਭਾਵੇਂ ਗਾਲਾਂ ਕੱਢਣ ਕਿ ਇਹ ਤਾਂ ਸਿਰੇ ਦਾ ਲੁਟੇਰਾ ਬੰਦਾ ਆ, ਅੱਜ ਇਹਨੇ ਲੰਗਰ ਲਾਇਆ ਆ, ਪਰ ਚਲੋ ਸਾਨੂੰ ਕੀ, ਸਾਨੂੰ ਤਾਂ ਰੋਟੀ ਨਾਲ ਮਤਲਬ ਆ, ਅਸੀਂ ਲੈ ਆਉਨੇ। ਉਹਨਾਂ ਲੋਕਾਂ ਨੂੰ ਕੀ ਕਿਹਾ ਜਾਂਦਾ? ਭੀੜ। ਜਿਨ੍ਹਾਂ ਨੂੰ ਕਿਸੇ ਦੇ ਕਰੈਕਟਰ ਨਾਲ ਕੋਈ ਮਤਲਬ ਨਹੀਂ, ਜਿਨ੍ਹਾਂ ਦਾ ਕਿਸੇ ਨੂੰ ਧੰਨਵਾਦ ਕਰਨ ਦੇ ਨਾਲ ਕੋਈ ਮਤਲਬ ਨਹੀਂ, ਜਿਨ੍ਹਾਂ ਦਾ ਕਿਸੇ ਦੇ ਆਖੇ ਲੱਗਣ ਦੇ ਨਾਲ ਕੋਈ ਮਤਲਬ ਨਹੀਂ, ਜਿਨ੍ਹਾਂ ਦਾ ਉਸ ਜਗ੍ਹਾ ਦੇ ਨਾਲ ਕੋਈ ਵੀ ਆਪਣੇ ਮਨ ਤੋਂ ਤੇ ਮਾਨਸਿਕਤਾ ਤੋਂ ਕੋਈ ਵੀ ਸੰਬੰਧ ਨਹੀਂ, ਕੋਈ ਪ੍ਰੇਮ ਨਹੀਂ, ਉਹ ਲੋਕਾਂ ਨੂੰ ਕਿਹਾ ਜਾਂਦਾ ਭੀੜ। ਤੇ ਹੁਣ ਆਪਾਂ ਦੇਖਣਾ ਚੇਲੇ ਕੌਣ ਹੁੰਦੇ ਆ, ਔਰ ਚੇਲਿਆਂ ਦੇ ਬਾਰੇ ਵਿੱਚ ਪਵਿੱਤਰ ਬਾਈਬਲ ਕੀ ਕਹਿੰਦਾ ਆ। ਆਪਾਂ ਦੇਖਦੇ ਹਾਂ ਮਤੀ ਦੀ ਕਿਤਾਬ ਉਹਦਾ 4 ਨੰਬਰ ਅਧਿਆਏ ਤੇ ਉਹਦੀ 18 ਤੋਂ 20 ਨੰਬਰ ਪੰਕਤੀ ਦੇ ਵਿੱਚ ਕਹਿੰਦਾ, ਗਲੀਲ ਦੀ ਝੀਲ ਦੇ ਕੰਢੇ ਫਿਰਦਿਆਂ ਹੋਇਆਂ ਉਸਨੇ 2 ਭਰਾਵਾਂ ਅਰਥਾਤ ਸ਼ਮਾਉਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਹਦੇ ਭਰਾ ਅੰਦਰਿਆਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ, ਕਿਉਂ ਜੋ ਉਹ ਮਾਛੀ ਸਨ, ਅਤੇ ਉਹਨਾਂ ਨੂੰ ਕਿਹਾ ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਅਤੇ ਉਹ ਝੱਟ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ। ਹਾਲੇਲੂਇਆ। ਇਹ ਕੌਣ ਆ? ਚੇਲੇ, ਸ਼ਾਗਿਰਦ, ਡਿਸਾਈਪਲ, ਜਿਹੜੇ ਆਪਣੇ ਗੁਰੂ ਦੀ ਆਗਿਆਕਾਰੀ ਕਰਦੇ ਆ। ਜੇ ਭੀੜ ਨੂੰ ਕਿਹਾ ਜਾਵੇ ਤੁਸੀਂ ਆਏ ਆ ਹੁਣ ਸਾਡੇ ਆਖੇ ਲੱਗ ਜਾਓ, ਉਹਨਾਂ ਨੇ ਆਖੇ ਨਹੀਂ ਲੱਗਣਾ। ਉਹਨਾਂ ਨੂੰ ਸਿਰਫ ਕੀ ਚਾਹੀਦਾ? ਜੋ ਵੰਡਿਆ ਜਾ ਰਿਹਾ ਸਿਰਫ ਉਹੀ ਚਾਹੀਦਾ ਆ। ਉਹਨਾਂ ਨੇ ਉੱਥੇ ਹੋਰ ਕੋਈ ਕੰਮ ਨਹੀਂ ਕਰਨਾ, ਉਹਨਾਂ ਨੇ ਵਾਪਸ ਮੁੜ ਜਾਣਾ। ਪਰ ਚੇਲੇ ਹਮੇਸ਼ਾ ਆਖੇ ਲੱਗਦੇ ਆ। ਚੇਲੇ ਫੋਲੋ ਕਰਦੇ ਆਪਣੇ ਗੁਰੂ ਨੂੰ। ਚੇਲੇ ਆਪਣੇ ਗੁਰੂ ਵਰਗਾ ਬਣਨਾ ਚਾਹੁੰਦੇ ਆ, ਔਰ ਚੇਲੇ ਹਮੇਸ਼ਾ ਆਪਣੇ ਗੁਰੂ ਦੇ ਨਾਲ ਰਹਿਣਾ ਚਾਹੁੰਦੇ ਆ। ਉਹ ਆਪਣੇ ਗੁਰੂ ਨੂੰ ਫੋਲੋ ਕਰਦੇ ਕਿ ਸਾਡਾ ਗੁਰੂ ਕਿੱਧਰ ਨੂੰ ਜਾ ਰਿਹਾ, ਸਾਡਾ ਗੁਰੂ ਕੀ ਕਰ ਰਿਹਾ, ਕਿਵੇਂ ਕਰ ਰਿਹਾ, ਔਰ ਸਾਡਾ ਗੁਰੂ ਸਾਡੇ ਤੋਂ ਕੀ ਐਕਸਪੈਕਟ ਕਰਦਾ, ਕੀ ਉਪੇਖਿਆ ਕਰਦਾ, ਕੀ ਆਸ ਰੱਖਦਾ ਸਾਡੇ ਤੋਂ। ਤਾਂ ਇੱਥੇ ਆਪਾਂ ਦੇਖਦੇ ਹਾਂ ਸ਼ਿਮੋਨ ਦੇ ਬਾਰੇ ਵਿੱਚ ਤੇ ਉਹਦੇ ਭਰਾ ਅੰਦਰਿਆਸ ਦੇ ਬਾਰੇ ਵਿੱਚ ਦੇਖਦੇ। ਉਹ ਮਾਛੀ ਸੀਗੇ, ਮੱਛੀਆਂ ਫੜਨ ਵਾਲੇ ਸੀਗੇ, ਮਛੁਆਰੇ ਸੀ। ਇੱਕ ਬਿਜ਼ਨਸ ਸੀਗੀ ਉਹਨਾਂ ਦੀ ਆਪਣੀ, ਜਿਹਦੇ ਨਾਲ ਉਹ ਧਨ ਕਮਾਉਂਦੇ ਸੀਗੇ। ਪਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ, ਕਹਿੰਦਾ ਆ ਜਾਓ ਤੁਹਾਨੂੰ ਮੈਂ ਮਨੁੱਖਾਂ ਦੇ ਸ਼ਿਕਾਰੀ ਬਣਾਵਾਂ। ਤਾਂ ਕੀ ਹੋਇਆ? ਕਹਿੰਦਾ ਝੱਟ ਹੀ ਉਹਨਾਂ ਨੇ ਜਾਲ ਸੁੱਟੇ ਤੇ ਉਹਦੇ ਮਗਰ ਤੁਰ ਪਏ। ਉਹਨਾਂ ਨੇ ਇਹ ਨਹੀਂ ਕਿਹਾ ਵੀ ਮਨੁੱਖਾਂ ਦੇ ਸ਼ਿਕਾਰ ਕਰਨ ਦੇ ਫੇ ਪ੍ਰਭੂ ਤੂੰ ਸਾਨੂੰ ਕਿੰਨੇ ਪੈਸੇ ਦਿਆ ਕਰੂੰਗਾ, ਸਾਡਾ ਟੱਬਰ ਕਿੱਦਾਂ ਚੱਲੂਗਾ, ਸਾਡੇ ਨਿਆਣਿਆਂ ਦਾ ਕੀ ਹੋਊਗਾ, ਸਾਡੇ ਮਾਂ ਪਿਓ ਨੂੰ ਕੌਣ ਦੇਖੂਗਾ, ਸਾਡੇ ਭੈਣ ਭਰਾ ਹਾਲੇ ਵਿਆਹੁਣ ਵਾਲੇ ਪਏ ਆ, ਸਾਡੀਆਂ ਤੀਵੀਆਂ ਨੂੰ ਨਹੀਂ ਅਸੀਂ ਦੱਸਿਆ। ਕਹਿੰਦਾ ਝੱਟ ਹੀ ਉਹਨਾਂ ਨੇ ਜਾਲ ਸੁੱਟੇ ਤੇ ਕੀ ਕੀਤਾ? ਮਗਰ ਤੁਰ ਪਏ। ਤੇ ਆਪਾਂ ਕਿੱਥੇ ਖਲੋਤੇ ਆ? ਆਪਾਂ ਆਪੇ ਹੀ ਵਚਨ ਦੇ ਰਾਹੀਂ ਦੇਖੀ ਜਾਣਾ ਵੀ ਅਸੀਂ ਭੀੜ ਦੇ ਵਿੱਚ ਆ ਕਿ ਅਸੀਂ ਚੇਲਿਆਂ ਦੇ ਵਿੱਚ ਆ। ਆਪਾਂ ਨੂੰ ਵਚਨ ਨੇ ਐਨ ਸਾਫ਼ ਦੱਸ ਦੇਣਾ ਵੀ ਆਪਾਂ ਕਿੱਥੇ ਆ। ਹੁਣ ਆਪਾਂ ਇੱਕ ਫਰਕ ਦੇਖ ਲਿਆ। ਭੀੜ ਦਾ ਕੰਮ ਕੀ ਆ? ਸਿਰਫ ਚੀਜ਼ਾਂ ਨੂੰ ਲੈਣਾ, ਤੇ ਚੇਲਿਆਂ ਦਾ ਕੰਮ ਕੀ ਆ? ਚੀਜ਼ਾਂ ਦੇਣ ਵਾਲੇ ਨੂੰ ਫੋਲੋ ਕਰਨਾ ਕਿ ਉਹ ਚੀਜ਼ਾਂ ਲੈ ਕਿੱਥੋਂ ਰਿਹਾ ਆ, ਔਰ ਉਹ ਕੀ ਚਾਹੁੰਦਾ ਆ, ਕੀ ਸਾਨੂੰ ਕਰਨਾ ਚਾਹੀਦਾ ਆ। ਉਹ ਕੰਮ ਆ ਚੇਲਿਆਂ ਦਾ। ਤੇ ਅਸੀਂ ਦੇਖਦੇ ਹਾਂ ਮਤੀ ਦੀ ਕਿਤਾਬ ਉਹਦਾ 5 ਨੰਬਰ ਅਧਿਆਏ ਤੇ ਉਹਦੀ 1 ਤੇ 2 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ, ਕਹਿੰਦਾ ਭੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ ਗਿਆ, ਔਰ ਜਦ ਬੈਠਾ
तद ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਸਨੇ ਆਪਣਾ ਮੂੰਹ ਖੋਲਿਆ ਅਤੇ ਉਹਨਾਂ ਨੂੰ ਉਹ ਉਪਦੇਸ਼ ਦੇਣ ਲੱਗਾ। ਭੀੜ ਨੂੰ ਦੇਖ ਕੇ ਪ੍ਰਭੂ ਕਿੱਥੇ ਚਲੇ ਗਏ? ਪਹਾੜ ਦੇ ਉੱਤੇ, ਉੱਚੀ ਥਾਂ ਦੇ ਉੱਤੇ। ਤੇ ਭੀੜ ਕਿੱਥੇ ਰਹਿ ਗਈ? ਹੇਠਾਂ, ਨੀਵੀਂ ਥਾਂ ਤੇ। ਪਰ ਇੱਥੇ ਇੱਕ ਹੋਰ ਵੰਡਰਫੁਲ ਚੀਜ਼ ਕੀ ਆ? ਕਹਿੰਦਾ ਉਹ ਪਹਾੜ ਉੱਤੇ ਚੜ ਗਿਆ ਔਰ ਜਦ ਬੈਠਾ ਤਦ ਉਹਦੇ ਚੇਲੇ ਉਹਦੇ ਕੋਲ ਆਏ। ਤੇ ਚੇਲਿਆਂ ਨੇ ਕੀ ਕੀਤਾ? ਭੀੜ ਪਿੱਛੇ ਬਹਿ ਗਏ? ਨਹੀਂ, ਉਹ ਵੀ ਪਹਾੜ ਤੇ ਉਹਦੇ ਕੋਲ ਚਲੇ ਗਏ। ਜਿਹੜੇ ਚੇਲੇ ਆ ਉਹ ਡਿਸਟੈਂਸ ਨਹੀਂ ਬਣਾਉਂਦੇ, ਉਹ ਦੂਰੀ ਨਹੀਂ ਬਰਕਰਾਰ ਕਰਦੇ, ਉਹ ਦੂਰੀ ਬਰਦਾਸ਼ਤ ਹੀ ਨਹੀਂ ਕਰ ਸਕਦੇ। ਉਹ ਨੇੜੇ ਨੇੜੇ ਰਹਿਣਾ ਚਾਹੁੰਦੇ ਆ, ਕਰਕੇ ਉਹ ਨੇੜਿਓਂ ਹੋ ਕੇ ਦੇਖਣਾ ਚਾਹੁੰਦੇ ਆ, ਨੇੜੇ ਹੋ ਕੇ ਸਿੱਖਣਾ ਚਾਹੁੰਦੇ ਔਰ ਨੇੜੇ ਹੋ ਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ। ਪਰ ਜਿਹੜੀ ਭੀੜ ਸੀ ਉਹ ਤਾਂ ਨਹੀਂ ਚੜੀ, ਨਾ ਉਹ ਮਗਰ ਤੁਰੀ। ਪਰ ਕਹਿੰਦਾ ਚੇਲੇ ਉਹਦੇ ਕੋਲ ਆਏ। ਕਹਿੰਦਾ ਫਿਰ ਜਦੋਂ ਚੇਲੇ ਉਹਦੇ ਕੋਲ ਚਲੇ ਗਏ, ਉਸ ਨੇ ਆਪਣਾ ਮੂੰਹ ਖੋਲਿਆ ਅਤੇ ਉਹਨਾਂ ਨੂੰ ਉਪਦੇਸ਼ ਦੇਣ ਲੱਗਾ। ਜਦੋਂ ਚੇਲੇ ਆ ਗਏ ਫਿਰ ਚੇਲਿਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਉਪਦੇਸ਼ ਦੇਣ ਲੱਗੇ। ਹਾਲਾਂਕਿ ਉਹ ਉਪਦੇਸ਼ ਜ਼ਰੂਰ ਭੀੜ ਦੇ ਕੰਨਾਂ ਵਿੱਚ ਵੀ ਪਿਆ ਹੋਊਗਾ। ਚੇਲੇ ਸੁਣਦੇ ਆ ਔਰ ਚੇਲੇ ਉਸ ਸੁਣਨ ਨੂੰ ਆਪਣੇ ਅੰਦਰ ਲੈਂਦੇ ਆ ਔਰ ਉਹ ਮੰਨਦੇ ਆ ਔਰ ਉਹ ਸਮਝਦੇ ਕਿ ਇਹ ਸਾਡੇ ਲਈ ਆ। ਪਰ ਭੀੜ ਕੀ ਸੋਚਦੀ ਆ? ਇਹ ਸਾਡੇ ਲਈ ਨਹੀਂ, ਇਹਨਾਂ ਲਈ ਆ। ਇਹਨਾਂ ਨੂੰ ਕਿਹਾ ਜਾ ਰਿਹਾ ਹੋਣਾ, ਆ ਜਿਹੜਾ ਮੇਰੇ ਲਾਗੇ ਬੈਠਾ ਇਹਨੂੰ ਕਿਹਾ ਜਾ ਰਿਹਾ ਹੋਣਾ ਵਚਨ 'ਚ। ਜਿਹੜਾ ਮੇਰਾ ਪਿੱਛੇ ਬੈਠਾ ਇਹ ਵਚਨ ਤਾਂ ਐਨ ਉਹਦੇ ਉੱਤੇ ਢੁੱਕਦਾ ਆ। ਜਿਹੜਾ ਮੇਰੇ ਅੱਗੇ ਬੈਠਾ ਇਹ ਵਚਨ ਤਾਂ ਉਹਦੇ ਤੇ ਜਾਂਦਾ ਆ। ਇਹ ਵਚਨ ਤਾਂ ਜਿਹੜੇ ਚਿੱਟੇ ਕੱਪੜੇ ਪਾ ਕੇ ਇੱਥੇ ਸੇਵਾ ਕਰਦੇ ਇਹ ਤਾਂ ਉਹਨਾਂ ਦੇ ਲਈ ਆ। ਇਹ ਵਚਨ ਤਾਂ ਜਿਹੜੇ ਬਾਹਰ ਗੱਡੀਆਂ ਪਾਰਕ ਕਰਾਉਂਦੇ ਉਹਨਾਂ ਦੇ ਲਈ ਆ, ਸਾਡੇ ਲਈ ਥੋੜੀ ਆ। ਕੰਨਾਂ ਵਿੱਚ ਪੈ ਰਿਹਾ ਆ ਪਰ ਉਹਨੂੰ ਲੈ ਨਹੀਂ ਰਹੇ। ਉਹ ਕੀ ਕਹਿੰਦੇ? ਜੇ ਕਿਤੇ ਅੱਜ ਫਲਾਨਾ ਆਇਆ ਹੁੰਦਾ ਮਜ਼ਾ ਆ ਜਾਣਾ ਸੀ, ਅੱਜ ਦਾ ਵਚਨ ਤਾਂ ਉਹਦੇ ਲਈ ਸੀ ਪੂਰਾ। ਪਰ ਪ੍ਰਭੂ ਨੇ ਤੁਹਾਨੂੰ ਆਉਣ ਦਿੱਤਾ, ਇਹਦਾ ਮਤਲਬ ਅੱਜ ਦਾ ਵਚਨ ਤੁਹਾਡੇ ਲਈ ਆ। ਇਹਦਾ ਮਤਲਬ ਅੱਜ ਦਾ ਵਚਨ ਉਹਨਾਂ ਲਈ ਨਹੀਂ ਸੀ ਜਿਹੜੇ ਨਹੀਂ ਆਏ, ਪਰ ਉਹਨਾਂ ਦੇ ਲਈ ਹੀ ਆ ਜਿਹੜੇ ਆਏ ਆ। ਪਰ ਬਹੁਤੀ ਵਾਰੀ ਅਸੀਂ ਇਦਾਂ ਹੀ ਸੋਚਦੇ ਰਹਿੰਦੇ, ਜੇ ਕਿਤੇ ਅੱਜ ਮੇਰੀ ਘਰ ਵਾਲੀ ਨਾਲ ਆਈ ਹੁੰਦੀ ਬੜਾ ਮਜ਼ਾ ਆਉਣਾ ਸੀ, ਅੱਜ ਦਾ ਵਚਨ ਸਾਰਾ ਉਹਦੇ ਤੇ ਹੀ ਲੱਗਦਾ ਸੀ। ਘਰ ਵਾਲੀ ਕਹਿੰਦੀ ਜੇ ਕਿਤੇ ਅੱਜ ਮੇਰਾ ਘਰ ਵਾਲਾ ਆਇਆ ਹੁੰਦਾ ਸਾਰਾ ਹੀ ਵਚਨ ਉਹਦੇ ਤੇ ਲੱਗਦਾ ਸੀ, ਉਹਨੂੰ ਅਕਲ ਆ ਜਾਣੀ ਸੀ। ਕੋਈ ਆਪਣੀ ਮਾਤਾ ਦੇ ਬਾਰੇ ਸੋਚ ਰਿਹਾ, ਕੋਈ ਪਿਤਾ ਦੇ ਬਾਰੇ, ਕੋਈ ਨਿਆਣਿਆਂ ਬਾਰੇ, ਕੋਈ ਤਾਂ ਫਿਰ ਉਹਦੀ ਰਿਕਾਰਡਿੰਗ 'ਚੋਂ ਉਨੀ ਕੁ ਕਲਿੱਪ ਕੱਢਦੇ ਆ ਤੇ ਫਿਰ ਦੂਜੇ ਨੂੰ ਭੇਜਦੇ ਵੀ ਇਹ ਤੇਰੇ ਲਈ ਆ, ਮੇਰੇ ਲਈ ਨਹੀਂ ਆ। ਇਸੇ ਤਰ੍ਹਾਂ ਉੱਥੇ ਵੀ ਭੀੜ ਆ ਔਰ ਚੇਲੇ ਪ੍ਰਭੂ ਦੇ ਨੇੜੇ ਆ। ਭੀੜ ਨੇ ਸੁਣਿਆ ਜ਼ਰੂਰ ਆ ਪਰ ਭੀੜ ਇਦਾਂ ਹੀ ਕਹਿੰਦੀ ਇਹ ਚੇਲਿਆਂ ਦੇ ਲਈ ਆ, ਕਰਕੇ ਚੇਲੇ ਹੀ ਨਾਲ ਖੜੇ ਆ, ਉਹਦੇ ਨੇੜੇ ਖੜੇ ਆ। ਔਰ ਫਿਰ ਉਪਦੇਸ਼ 'ਚ ਇੰਨੀਆਂ ਗਹਿਰੀਆਂ ਗੱਲਾਂ ਚੇਲਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਦਿੱਤੀਆਂ ਜਿਹੜੀਆਂ ਸੱਚਮੁੱਚ ਅਮੇਜ਼ਿੰਗ ਸੀਗੀਆਂ। ਉਹਨੇ ਦੱਸਿਆ, ਕਹਿੰਦਾ ਧੰਨ ਉਹ ਜਿਹੜੇ ਸੋਗ ਕਰਦੇ ਆ, ਕਹਿੰਦਾ ਉਹ ਸ਼ਾਂਤ ਕੀਤੇ ਜਾਣਗੇ। ਹੁਣ ਜਿਹੜੇ ਚੇਲੇ ਬਣ ਗਏ ਉਹਨਾਂ ਦੇ ਨਾਲ ਭੇਤ ਦੀਆਂ ਗੱਲਾਂ ਕੀਤੀਆਂ ਪ੍ਰਭੂ ਯਿਸੂ ਮਸੀਹ ਜੀ ਨੇ। ਤਾਂ ਹੁਣ ਭੀੜ ਕੀ ਕਹੀ ਜਾਂਦੀ ਆ? ਇਹ ਭੇਤ ਦੀਆਂ ਗੱਲਾਂ ਸਾਡੇ ਲਈ ਨਹੀਂ ਆ। ਬਾਹਲੀ ਵਾਰੀ ਇਦਾਂ ਹੀ ਹੁੰਦਾ, ਜਦੋਂ ਸਟੇਜ ਤੋਂ ਪ੍ਰੀਚਿੰਗ ਕੀਤੀ ਜਾ ਰਹੀ ਹੁੰਦੀ, ਪ੍ਰਚਾਰ ਕੀਤਾ ਜਾ ਰਿਹਾ ਹੁੰਦਾ, ਆਪਾਂ ਨੂੰ ਲਾਈਵ ਲੋਕੀ ਦੇਖ ਰਹੇ ਹੁੰਦੇ ਆ। ਕਦੀ ਕਦੀ ਬਲੀਵਰਸ ਨਹੀਂ ਹੁੰਦੇ, ਉਹ ਲੋਕ ਨਨ ਬਲੀਵਰਸ ਹੁੰਦੇ ਆ ਤੇ ਉਹ ਕੀ ਕਹਿੰਦੇ ਇਹ ਕ੍ਰਿਸਚਨ ਲੋਕਾਂ ਦੇ ਲਈ ਆ। ਇੱਥੋਂ ਇੱਕਦਮ ਬੋਲ ਦਿੱਤਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਭਿਆਨਕ ਤਬਾਹੀ ਆਉਣ ਵਾਲੀ। ਉਹ ਕਹਿੰਦੇ ਇਹ ਤਬਾਹੀ ਖਰਿਆ ਕ੍ਰਿਸਚਨਾਂ ਦੇ ਲਈ ਹੋਣੀ ਆ। ਜੇ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪੈ ਗਈ ਇਹਦਾ ਮਤਲਬ ਉਹਨਾਂ ਨੂੰ ਵਾਰਨਿੰਗ ਮਿਲ ਰਹੀ ਆ ਕਿ ਇਦਾਂ ਹੋਣ ਵਾਲਾ ਆ। ਜਿਹਦੇ ਕੰਨ 'ਚ ਉਹ ਅੱਖਰ ਪੈ ਗਿਆ ਉਹ ਉਹਦੇ ਲਈ ਹੀ ਹੈ। ਇਸ ਲਈ ਚਾਹੇ ਤੁਸੀਂ ਆਨਲਾਈਨ ਦੇਖ ਰਹੇ ਆ, ਚਾਹੇ ਤੁਸੀਂ ਆਫਲਾਈਨ ਦੇਖ ਰਹੇ ਆ, ਪਰ ਜੇ ਤੁਹਾਡੇ ਕੰਨਾਂ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਵਚਨ ਪੈ ਰਿਹਾ, ਇਟ ਮੀਨ ਕਿ ਇਹ ਵਚਨ ਤੁਹਾਡੇ ਲਈ ਹੀ ਹੈ ਅਤੇ ਇਸ ਵਚਨ ਦੇ ਦੁਆਰਾ ਪਰਮੇਸ਼ਵਰ ਜੀ ਤੁਹਾਨੂੰ ਸੇਵ ਕਰਨਾ ਚਾਹੁੰਦੇ ਆ, ਤੁਹਾਨੂੰ ਬਚਾਉਣਾ ਚਾਹੁੰਦੇ ਆ। ਕਹਿੰਦਾ ਜਿਹੜਾ ਦਿਲ ਦੇ ਗਰੀਬ ਆ ਉਹ ਸੁਰਗ ਰਾਜ ਉਹਨਾਂ ਦਾ ਆ। ਜਿਹੜੇ ਦਿਲ ਦੇ ਗਰੀਬ ਆ, ਸਵਰਗ ਰਾਜ ਕਿਹਨਾਂ ਦਾ ਆ?
ਉਹਨਾਂ ਦਾ ਆ। ਹੁਣ ਦਿਲ ਦੇ ਗਰੀਬ ਹੋਣਾ ਕੀ ਹੁੰਦਾ ਆ? ਦਿਲ ਚੋਂ ਸਾਰੀਆਂ ਚੀਜ਼ਾਂ ਨੂੰ ਕੱਢ ਦੇਣਾ ਤੇ ਖਾਲੀ ਦਿਲ ਲੈ ਕੇ ਆਪਣੇ ਗੁਰੂ ਨੂੰ ਫੋਲੋ ਕਰਨਾ, ਆਪਣੇ ਪਰਮੇਸ਼ਵਰ ਨੂੰ ਖਾਲੀ ਦਿਲ ਦੇ ਨਾਲ ਫੋਲੋ ਕਰਨਾ। ਕਿ ਹਰ ਬਦੀ ਨੂੰ ਕੱਢ ਦਿੱਤਾ, ਹਰ ਹੰਕਾਰ ਨੂੰ ਕੱਢ ਦਿੱਤਾ, ਹਰ ਲਾਲਚ ਨੂੰ ਕੱਢ ਦਿੱਤਾ, ਹਰ ਬੁਰਿਆਈ ਨੂੰ ਕੱਢ ਦਿੱਤਾ। ਕਦੀ ਕਦੀ ਬੰਦਾ ਕਹਿੰਦਾ ਮੇਰੀ ਈਗੋ ਮੇਰਾ ਸਭ ਕੁਛ ਆ, ਮੈਂ ਈਗੋ ਵਾਲਾ ਬਹੁਤ ਆ, ਮੇਰਾ ਅਹੰਕਾਰ, ਮੇਰਾ ਮਾਣ, ਮੇਰਾ ਸਵੈਭੀਮਾਨ, ਤਾਂ ਉਹ ਆਪਣੇ ਆਪ ਨੂੰ ਦਿਲ ਦਾ ਬਹੁਤ ਤਕੜਾ ਸਮਝਦਾ ਆ। ਪਰ ਦਿਲ ਦੇ ਗਰੀਬ ਹੋਣਾ ਕਿ ਮੈਂ ਤਾਂ ਬਹੁਤ ਹੰਬਲ ਆ ਪ੍ਰਭੂ, ਮੈਂ ਤੇਰੇ ਬਿਨਾ ਕੁਛ ਨਹੀਂ ਆ, ਮੈਂ ਤੇ ਇੱਕ ਨਾ ਮਾਤਰ ਇਨਸਾਨ ਆ ਕਿ ਜੇ ਤੂੰ ਇਹਦੇ ਵਿੱਚੋਂ ਆਪਣੇ ਸਾਹਾਂ ਨੂੰ ਮੋੜ ਲਵੇ ਮੈਂ ਤਾਂ ਫਿਰ ਇੱਕ ਕਦਮ ਵੀ ਨਹੀਂ ਤੁਰ ਸਕਦਾ, ਮੈਂ ਤਾਂ ਉੱਥੇ ਹੀ ਮਿੱਟੀ ਦਾ ਢੇਰ ਬਣ ਜਾਣਾ ਆ। ਇਸ ਤਰੀਕੇ ਦੇ ਨਾਲ ਆਪਣੇ ਦਿਲ ਨੂੰ ਹੰਬਲ ਕਰਨਾ, ਆਪਣੇ ਦਿਲ ਨੂੰ ਨੀਵਾਂ ਕਰਨਾ, ਨਰਮ ਕਰਨਾ ਔਰ ਫਿਰ ਪਰਮੇਸ਼ਵਰ ਨੂੰ ਫੋਲੋ ਕਰਨਾ, ਉਹਨੂੰ ਕਹਿੰਦੇ ਦਿਲ ਦਾ ਗਰੀਬ ਹੋਣਾ। ਔਰ ਵਚਨ ਵਿੱਚ ਕੀ ਲਿਖਿਆ? ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਦੱਸਿਆ, ਕਹਿੰਦਾ ਜਿਹੜਾ ਦਿਲ ਦਾ ਗਰੀਬ ਆ ਸਵਰਗ ਰਾਜ ਉਹਨਾਂ ਦਾ ਆ। ਸੋ ਤੁਸੀਂ ਜੇ ਤਾਂ ਤੁਸੀਂ ਚੇਲੇ ਆ ਤਾਂ ਜ਼ਰੂਰ ਇਹ ਵਚਨ ਤੁਹਾਡੇ ਨਾਲ ਹੀ ਗੱਲ ਕਰ ਰਿਹਾ। ਜੇ ਭੀੜ ਆ ਫਿਰ ਤੁਸੀਂ ਇਦਾਂ ਹੀ ਕਹਿ ਸਕਦੇ ਆ ਵੀ ਜਿਹੜੇ ਸਟੇਜ ਤੇ ਬੈਠੇ ਵਚਨ ਉਹਨਾਂ ਦੇ ਲਈ ਆ, ਜਿਹੜੇ ਗਾਉਂਦੇ ਆ ਵਚਨ ਉਹਨਾਂ ਲਈ, ਜਾਂ ਸੱਜੇ ਖੱਬੇ ਬੈਠਿਆਂ ਲਈ ਆ। ਪਰ ਤੁਸੀਂ ਦੇਖਣਾ ਆ ਕਿ ਤੁਸੀਂ ਕਿੱਥੇ ਫਿੱਟ ਹੋ ਰਹੇ ਆ ਔਰ ਕਿੱਥੇ ਫਿੱਟ ਹੋਣਾ ਚਾਹੀਦਾ ਆ। ਜਿਹੜੀ ਭੀੜ ਆ ਉਹ 올 ਦਾ ਟਾਈਮ ਕੰਫਰਟ ਜ਼ੋਨ ਚਾਹੁੰਦੀ ਆ। ਭੀੜ ਹਮੇਸ਼ਾ ਆਰਾਮ ਚਾਹੁੰਦੀ ਆ, ਆਰਾਮਦਾਇਕ ਸਾਰਾ ਕੁਝ ਹੋਏ, ਆਰਾਮ ਨਾਲ ਬੈਠਿਆਂ ਬਿਠਾਇਆਂ ਨੂੰ ਸਾਰਾ ਕੁਝ ਮਿਲੇ, ਆਉਂਦਿਆਂ ਨੂੰ ਦਰੀਆਂ ਵਿਛੀਆਂ ਹੋਣ, ਕੁਰਸੀਆਂ ਲੱਗੀਆਂ ਹੋਣ, ਪਾਣੀ ਬਰਫ਼ ਵਾਲਾ ਹੋਵੇ, ਕੋਈ ਵਰਤਾ ਰਿਹਾ ਹੋਵੇ, ਜਦੋਂ ਤੁਸੀਂ ਇੱਥੋਂ ਉੱਠੋ ਚਾਹ ਦੇ ਪਿਆਲੇ ਰੈਡੀ ਹੋਣ ਐਂਡ ਐਵਰੀਥਿੰਗ, ਤੇ ਫਿਰ ਤੁਸੀਂ ਚਲੇ ਜਾਓ ਤੇ ਪਿੱਛੋਂ ਕੋਈ ਆਵੇ ਤੁਹਾਡੀ ਕੁਰਸੀ ਚੱਕੇ ਔਰ ਫਿਰ ਪਿੱਛੇ ਰੱਖ ਕੇ ਆਏ। ਇਹ ਕੌਣ ਐਕਸਪੈਕਟ ਕਰਦਾ ਆ? ਹਾਂਜੀ, ਭੀੜ। ਤੇ ਜੇ ਅੱਜ ਤੁਸੀਂ ਕੁਰਸੀ ਨਾ ਚੱਕੀ ਤੇ ਤੁਸੀਂ ਕੌਣ ਆ? ਤੁਸੀਂ ਆਪੇ ਹੀ ਜਾਣਦੇ ਆ। ਭੀੜ 올 ਦਾ ਟਾਈਮ ਕੰਫਰਟ ਜ਼ੋਨ ਚਾਹੁੰਦੀ ਆ, ਜਦ ਕਿ ਚੇਲੇ ਹਮੇਸ਼ਾ ਦੇਖਦੇ ਆ ਕਿ ਸਾਡਾ ਗੁਰੂ ਅਗਰ ਔਖੀ ਰਾਹ ਥਾਣੀ ਗਿਆ ਤਾਂ ਇਟ ਮੀਨ ਕਿ ਔਖੀ ਰਾਹ ਥਾਣੀ ਜਾਣਾ ਹੀ ਜ਼ਰੂਰੀ ਆ। ਜਿਹੜੀ ਮਸੀਹਤ ਆ, ਜਿਹੜੀ ਕ੍ਰਿਸਚੈਨਿਟੀ ਆ, ਉਹ ਕੰਫਰਟ ਜ਼ੋਨ ਦਾ ਨਾਮ ਨਹੀਂ ਆ, ਉਹ ਆਰਾਮਦਾਇਕ ਜੀਵਨ ਨਹੀਂ ਆ। ਜਿਹੜੀ ਮਸੀਹੀ ਜ਼ਿੰਦਗੀ ਆ ਉਹ ਆਰਾਮਦਾਇਕ ਜੀਵਨ ਨਹੀਂ ਆ। ਮਸੀਹੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਆਉਂਦੇ ਹਨ ਔਰ ਬਹੁਤ ਹੀ ਇਹੋ ਜਿਹੇ ਬਰੀਕ ਰਸਤੇ ਆਉਂਦੇ ਹਨ ਕਿ ਦੋਨੋਂ ਪਾਸੇ ਡਿੱਗਣ ਤੇ ਭਿਆਨਕ ਖਤਰਾ ਨਜ਼ਰ ਆਉਂਦਾ ਹੈ। ਪਰ ਜਿਹੜੀ ਭੀੜ ਆ ਉਹ ਕਹਿੰਦੀ ਅੱਛਾ ਜੇ ਪ੍ਰਭੂ ਯਿਸੂ ਮਸੀਹ ਨੂੰ ਮੰਨਣਾ ਫਿਰ ਸਾਨੂੰ ਝੂਠ ਬੋਲਣਾ ਛੱਡਣਾ ਪੈਣਾ, ਫਿਰ ਸਾਨੂੰ ਰਿਸ਼ਵਤ ਲੈਣੀ ਛੱਡਣੀ ਪੈਣੀ, ਸਾਡਾ ਘਰ ਕਿੱਦਾਂ ਚੱਲੂਗਾ, ਅਸੀਂ ਹਜੇ ਨਿਆਣੇ ਵਿਆਹੁਣੇ ਆ, ਇੱਦਾਂ ਕਿੱਦਾਂ ਹੋਊਗਾ, ਜੇ ਅਸੀਂ ਬਪਤਿਸਮੇ ਲੈ ਲਏ ਸਾਡੇ ਨਿਆਣਿਆਂ ਦੇ ਰਿਸ਼ਤੇ ਕਿੱਦਾਂ ਹੋਣਗੇ, ਜੇ ਸਾਡੇ ਕੁੜਮਾਂ ਨੂੰ ਪਤਾ ਲੱਗ ਗਿਆ ਅਸੀਂ ਚਰਚ ਨੂੰ ਜਾਂਦੇ ਆ ਸਾਡੀ ਕੁੜੀ ਨਾਲ ਕਿੱਦਾਂ ਹੋਊਗੀ, ਸਾਡੇ ਮੁੰਡੇ ਨਾਲ ਕਿੱਦਾਂ ਹੋਊਗੀ, ਜਾਂ ਜੇ ਸਾਡੇ ਬੌਸ ਨੂੰ ਪਤਾ ਲੱਗ ਗਿਆ। ਤੇ ਉਹ ਕਹਿੰਦੇ ਕਿ ਚਲੋ ਆਪਾਂ ਛੁਪ ਆ ਕੇ ਪ੍ਰਭੂ ਨੂੰ ਮੰਨ ਲੈਂਦੇ ਆ, ਲੁਕ ਛੁਪ ਕੇ ਆਪਾਂ ਪ੍ਰਭੂ ਨੂੰ ਮੰਨ ਲੈਂਦੇ ਆ, ਕਿ ਉਹ ਵਾਲੇ ਕੰਮ ਕਰਨ ਦੇ ਲਈ ਰੈਡੀ ਨਹੀਂ ਆ ਜਿਹੜੇ ਕੰਮ ਇੱਕ ਚੇਲੇ ਨੂੰ ਕਰਨੇ ਚਾਹੀਦੇ, ਇੱਕ ਵਿਸ਼ਵਾਸੀ ਨੂੰ ਕਰਨੇ ਚਾਹੀਦੇ। ਉਹ ਤਾਂ ਆਪਣੇ ਰਿਸ਼ਤੇਦਾਰ ਦੇ ਸਾਹਮਣੇ ਅਗਰ ਉਹਨਾਂ ਨੂੰ ਕੋਈ ਮਸੀਹੀ ਭੈਣ ਭਰਾ ਮਿਲ ਜਾਏ ਔਰ ਉਹ ਉਹਨਾਂ ਨੂੰ ਕਹੇ ਜੈ ਮਸੀਹ ਦੀ, ਤੇ ਉਹ ਉਹਨਾਂ ਨੂੰ ਗੁੱਡ ਮਾਰਨਿੰਗ ਕਹਿ ਦਿੰਦੇ ਆ ਮੋਹਰਿਓਂ, ਬਈ ਉਹ ਇੱਦਾਂ ਹੀ ਦੂਜੇ ਨੂੰ ਸ਼ੋਅ ਕਰਨ ਕਿ ਨਹੀਂ ਜੀ ਮੈਂ ਜੈ ਮਸੀਹ ਦੀ ਵਾਲਾ ਨਹੀਂ ਆ, ਪਰ ਮੈਂ ਤੇ ਅੰਗਰੇਜ਼ ਆ। ਪਰ ਚੇਤੇ ਰੱਖਿਓ ਅੰਗਰੇਜ਼ ਵੀ ਜੈ ਮਸੀਹ ਵਾਲੇ ਹੀ ਆ। ਹਾਲੇਲੂਇਆ। ਜਿਨ੍ਹਾਂ ਦੇ ਗੁੱਡ ਮਾਰਨਿੰਗ ਨੂੰ ਤੁਸੀਂ ਫੋਲੋ ਕਰਦੇ ਹੋ ਉਹ ਪ੍ਰੇਜ਼ ਦਾ ਲਾਰਡ ਬੜੇ ਮਾਣ ਨਾਲ ਕਹਿੰਦੇ ਆ, ਚੇਤੇ ਰੱਖਿਓ ਇਸ ਗੱਲ ਨੂੰ। ਤੁਸੀਂ ਕੀ ਸੋਚਦੇ ਕਿ ਤੁਸੀਂ ਗੁੱਡ ਮਾਰਨਿੰਗ ਕਹਿਣ ਦੇ ਨਾਲ ਮੇਰੇ ਯਿਸੂ ਨੂੰ ਲਕੋ ਲੋਗੇ ਆਪਣੀ ਬੁੱਕਲ ਦੇ ਵਿੱਚ? ਪਰ ਨਹੀਂ, ਉਹ ਕਹਿੰਦਾ ਆਕਾਸ਼ ਮੇਰਾ ਸਿੰਘਾਸਣ ਤੇ ਪ੍ਰਿਥਵੀ ਮੇਰੇ ਪੈਰ ਰੱਖਣ ਦੀ ਚੌਂਕੀ ਆ। ਤੁਸੀਂ ਉਹਨੂੰ ਇੱਟਾਂ ਵਿੱਚ, ਤੁਸੀਂ ਉਹਨੂੰ ਆਪਣੇ ਗੀਸ਼ਿਆਂ ਵਿੱਚ, ਤੁਸੀਂ ਉਹਨੂੰ ਆਪਣੇ ਘਰਾਂ ਦੇ ਵਿੱਚ ਕੈਦ ਨਹੀਂ ਕਰ ਸਕਦੇ।
ਉਹ ਇੱਕ ਆਲੀਸ਼ਾਨ ਪਰਮੇਸ਼ਵਰ ਆ ਜਿਹਦੀ ਸ਼ਾਨ ਨੂੰ ਛੁਪਾਇਆ ਨਹੀਂ ਜਾ ਸਕਦਾ। ਅਗਰ ਤੁਸੀਂ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰੋਗੇ ਤੁਸੀਂ ਉਹਨੂੰ ਨਹੀਂ ਛੁਪਾ ਸਕੋਗੇ, ਪਰ ਤੁਹਾਡੀਆਂ ਬਰਕਤਾਂ ਤੁਹਾਡੇ ਤੋਂ ਛੁਪ ਜਾਣਗੀਆਂ। ਜੀਵਨ ਦਾ ਰਸਤਾ ਤੁਹਾਡੇ ਅੱਗੋਂ ਕਿਸੇ ਹੋਰ ਪਾਸੇ ਤੇ ਚਲਿਆ ਜਾਏਗਾ। ਤੁਹਾਨੂੰ ਨਜ਼ਰ ਆਉਣਾ ਬੰਦ ਹੋ ਸਕਦਾ ਆਤਮਿਕ ਚੀਜ਼ਾਂ ਦੇ ਵਿੱਚ, ਪਰ ਉਹ ਕਦੀ ਵੀ ਛੁਪਾਇਆ ਨਹੀਂ ਜਾ ਸਕਦਾ। पर जदों आप देखा कि प्रभु यीशु मसीह पहाड़ ते जाके बह गए तो चेले भी पहाड़ ते ही चढ़ गए। हो सकता वो थोड़ा उच्चा थां होए तो हो सकता वो बहुत उच्चा होए, क्योंकि पंजाबी च पहाड़ लिखा, इंग्लिश च माउंटेन लिखा, तो वो कोई छोटी जी थां तो नहीं होएगी। ओबेसली थोड़ा तुर के ही जाना पिया होएगा, पर भीड़ थल्ले रही तो चेले पिछे चले गए। इसलिए कदी ना सोचो कि अगर असी परमेश्वर नूं मन्नांगे सानू फलाने थां तो खाना छड्डना पैना, सानू शराब छड्डनी पैनी, सानू जिहड़ा डीजियां ते नचना छड्डना पैना। तो ਇਹ ਤੁਸੀਂ ਚੀਜ਼ਾਂ ਦੇ ਨਾਲ ਜੇ ਤੁਸੀਂ ਨਹੀਂ ਛੱਡੋਗੇ ਤੁਸੀਂ ਉਹ ਨਹੀਂ ਦੇਖ ਸਕੋਗੇ ਜੋ ਚੇਲੇ ਦੇਖ ਸਕਦੇ ਆ। ਤੁਸੀਂ ਉਹ ਨਹੀਂ ਪ੍ਰਾਪਤ ਕਰ ਸਕੋਗੇ ਜੋ ਚੇਲੇ ਪ੍ਰਾਪਤ ਕਰ ਸਕਦੇ ਆ। ਕਿਉਂਕਿ ਜਦੋਂ ਆਪਾਂ ਕੁੱਬੀ ਔਰਤ ਦੀ ਕਹਾਣੀ ਦੇਖਦੇ ਆ ਪਵਿੱਤਰ ਬਾਈਬਲ ਦੇ ਵਿੱਚੋਂ, ਤਾਂ ਉੱਥੇ ਆਪਾਂ ਦੇਖਦੇ ਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੈਨੂੰ ਕਿਸੇ ਨੇ ਛੂਹਿਆ, ਤੇ ਚੇਲੇ ਕੀ ਕਹਿੰਦੇ, ਪ੍ਰਭੂ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਜੇ, ਭੀੜਾਂ ਤੇ ਤੁਹਾਡੇ ਉੱਤੇ ਡਿੱਗਣ ਡਈਆਂ ਤੇ ਤੁਸੀਂ ਕਹਿੰਦੇ ਤੁਹਾਨੂੰ ਕਿਸੇ ਨੇ ਛੂਹਿਆ। ਭੀੜਾਂ ਕੀ ਕਰ ਰਹੀਆਂ ਆ, ਉੱਤੇ ਡਿੱਗ ਰਹੀਆਂ ਆ। ਭੀੜਾਂ ਉੱਤੇ ਡਿੱਗ ਰਹੀਆਂ, ਪਰ ਭੀੜਾਂ ਨੂੰ ਕੁਝ ਵੀ ਨਹੀਂ ਹੋ ਰਿਹਾ। ਪਰ ਇੱਕ ਔਰਤ ਜਿਹਨੇ ਪੱਲਾ ਛੂਹਿਆ, ਉਹਦਾ ਜਿਹੜਾ ਕੁੱਬ ਆ ਉਹ ਦੂਰ ਹੋ ਗਿਆ, ਉਹਦੇ ਲਹੂ ਪੈਣ ਦੀ ਬਿਮਾਰੀ ਜਿਹੜੀ ਆ ਲਹੂ ਪੈਣਾ ਬੰਦ ਹੋ ਗਿਆ, ਉਹ ਸਿੱਧੀ ਹੋ ਗਈ, ਉਹ ਨਰੋਈ ਹੋ ਗਈ। ਕਿੱਦਾਂ? ਕਿਉਂਕਿ ਉਹਨੇ ਫੋਲੋ ਕੀਤਾ, ਉਹਨੇ ਵਿਸ਼ਵਾਸ ਕੀਤਾ ਕਿ ਇਹਦੇ ਪੱਲੇ ਵਿੱਚ ਵੀ ਸ਼ਕਤੀ ਆ, ਇਹਦੇ ਪੱਲੇ ਵਿੱਚ ਵੀ ਜੀਵਨ ਆ, ਇਹਦੇ ਪੱਲੇ ਦੇ ਵਿੱਚ ਵੀ ਸਾਮਰਥ ਆ। ਜੇ ਇਹ ਆਪ ਨਾ ਮੈਨੂੰ ਛੂਏ ਪਰ ਮੈਂ ਹੀ ਜਾ ਕੇ ਛੂ ਲਵਾਂ ਤਾਂ ਕਹਿੰਦੀ ਮੈਂ ਚੰਗੀ ਹੋ ਜੂੰਗੀ। ਅੱਜ ਅਸੀਂ ਕੀ ਸੋਚ ਕੇ ਬੈਠਦੇ ਆ? ਜੇ ਇੱਥੇ ਲਾਸਟ ਸੰਡੇ ਮੈਨੂੰ ਪਤਾ ਨਹੀਂ ਤੁਸੀਂ ਆਏ ਕਿ ਨਹੀਂ ਆਏ ਸੀਗੇ, ਇੱਥੇ ਸਾਰੇ ਪਾਸਟਰਸ ਨੇ ਪ੍ਰਭੂ ਜੀ ਦੇ ਆਤਮਾ ਦੀ ਅਗਵਾਈ ਦੇ ਨਾਲ ਮਸਾ ਕੀਤੇ ਹੋਏ ਤੇਲ ਦੇ ਨਾਲ ਸੰਗਤ ਦੇ ਉੱਤੇ ਤੇਲ ਚੱਸ ਕੇ ਪ੍ਰਾਰਥਨਾ ਕੀਤੀ। ਤਾਂ ਅਮੇਜ਼ਿੰਗ ਚੀਜ਼ਾਂ ਹੋਈਆਂ ਕਿ ਇੱਥੇ ਪਾਸਟਰ ਗੁਰਸ਼ਰਨ ਪ੍ਰਾਰਥਨਾ ਕਰ ਰਹੀ ਆ, ਉਹ ਹੌਲੀ ਜਿਹੀ ਨਿਕਲੇ ਪਾਸਟਰ ਅਗਸਟਨ ਜੀ ਕੋਲ ਆਏ, ਪਾਸਟਰ ਸੰਦੀਪ ਜੀ ਕੋਲ ਆਏ। ਜਦ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਾਸਟਰ ਦਿਓਲ ਜੀ ਵੀ ਪ੍ਰਾਰਥਨਾ ਕਰ ਰਹੇ, ਤਾਂ ਮਲਕ ਦਿਨੀ ਮੂੰਹ ਜਿਹਾ ਢਕਿਆ ਤੇ ਚਲੋ ਜੀ ਉਸ ਲਾਈਨ ਦੇ ਵਿੱਚ ਵੀ ਲੱਗ ਗਏ। ਤਾਂ ਉਹ ਕੌਣ ਸੀਗੇ? ਕਹਿੰਦਾ ਭੀੜਾਂ ਤਾਂ ਉੱਤੇ ਡਿੱਗ ਰਹੀਆਂ ਆ। ਕਹਿੰਦਾ ਤੁਸੀਂ ਕਹਿੰਦੇ ਮੈਨੂੰ ਕਿਸੇ ਨੇ ਛੂਹਿਆ ਆ। ਤਾਂ ਉੱਥੇ ਉਹਨਾਂ ਲੋਕਾਂ ਚੋਂ ਟੈਸਟੀਮਨੀਜ਼ ਕਿੰਨਾਂ ਦੀਆਂ ਬਣਨੀਆਂ? ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਤੇਰੇ ਹੁਕਮ ਦੇ ਅਨੁਸਾਰ ਜਿਹੜਾ ਵੀ ਪ੍ਰਭੂ ਦਾ ਦਾਸ ਮੇਰੇ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰ ਗਿਆ, ਮੈਨੂੰ ਤਾਂ ਤੇਰੀ ਕਿਰਪਾ ਦੀ ਜ਼ਰੂਰਤ ਆ, ਤੂੰ ਉਹਦੇ ਰਾਹੀਂ ਮੈਨੂੰ ਚੰਗਿਆ ਕਰਤਾ, ਉਹਦੀ ਲਾਈਫ 'ਚ ਟੈਸਟੀਮਨੀ ਬਣ ਜਾਣੀ ਆ। ਤੇ ਜਿਨ੍ਹਾਂ ਨੇ 4 ਕਰਾਈਆਂ ਉਹਨਾਂ ਦੀ ਨੇਚਰ ਹੀ ਇੰਨੀ ਕਮਜ਼ੋਰ ਸੀ ਕਿ ਉਹਨਾਂ ਨੂੰ ਪਹਿਲੇ ਤੇ ਵੀ ਨਹੀਂ ਹੋਈ, ਦੂਜੇ ਤੇ ਵੀ ਨਹੀਂ ਹੋਈ, ਤੀਜੇ ਤੇ ਵੀ ਨਹੀਂ, ਔਰ ਮੈਂ ਨਹੀਂ ਜਾਣਦੀ ਕਿ ਚੌਥੇ ਥਾਂ ਤੇ ਉਹਨਾਂ ਨੂੰ ਹੋਈ ਹੋਊਗੀ ਕਿ ਨਹੀਂ। ਤਾਂ ਭੀੜ ਕਦੀ ਵੀ ਉਹ ਚੀਜ਼ ਨਹੀਂ ਲੈ ਸਕਦੀ ਜੋ ਚੇਲੇ ਲੈ ਸਕਦੇ ਆ। ਭੀੜ ਕਦੀ ਉਹ ਪ੍ਰਾਪਤ ਨਹੀਂ ਕਰ ਸਕਦੀ ਜੋ ਚੇਲੇ ਪ੍ਰਾਪਤ ਕਰ ਸਕਦੇ ਆ। ਸਾਡੇ ਅੰਦਰ ਉਸ ਕੁੱਬੀ ਔਰਤ ਦੇ ਵਾਂਗ ਨੇਚਰ ਹੋਣੀ ਚਾਹੀਦੀ ਆ ਕਿ ਪ੍ਰਭੂ ਮੈਂ ਇੱਥੇ ਹੀ ਬੈਠਾ ਆ ਨਾ, ਤੇਰੀ ਸਾਮਰਥ ਮੈਨੂੰ ਛੂ ਜਾਏ ਇਸ ਜਗ੍ਹਾ ਤੇ। ਪ੍ਰਭੂ ਕਿਸੇ ਮਨੁੱਖ ਦੀ ਨਜ਼ਰ ਮੇਰੇ ਉੱਤੇ ਪਏ ਜਾਂ ਨਾ ਪਏ, ਪਰ ਪ੍ਰਭੂ ਤੁਹਾਡੇ ਤੋਂ ਤਾਂ ਕੁਝ ਵੀ ਛੁਪਿਆ ਹੋਇਆ ਨਹੀਂ। ਕਿਉਂਕਿ ਜ਼ਬੂਰਾਂ ਦੇ ਵਿੱਚ ਲਿਖਿਆ, ਕਹਿੰਦਾ ਜੇ ਮੈਂ ਪਤਾਲ ਵਿੱਚ ਵੀ ਚਲਿਆ ਜਾਵਾਂ, ਕਹਿੰਦਾ ਤੇਰਾ ਹੱਥ ਤਾਂ ਉੱਥੋਂ ਵੀ ਮੈਨੂੰ ਟੋਲ ਕੱਢਦਾ ਆ। ਤੇ ਕਹਿੰਦਾ ਮੈਂ ਕਿੱਥੇ ਚਲੇ ਜਾਵਾਂ, ਜੇ ਮੈਂ ਸਮੁੰਦਰਾਂ ਦੇ ਪਾਰ ਜਾਣਾ, ਕਹਿੰਦਾ ਉੱਥੇ ਵੀ ਤੇਰੀ ਹਜ਼ੂਰੀ ਆ। ਤਾਂ ਹਰ ਜਗ੍ਹਾ ਤੇ ਕਹਿੰਦਾ ਤੂੰ ਤਾਂ ਹਨੇਰਿਆਂ ਦੇ ਵਿੱਚ ਵੀ ਚਾਨਣ ਦੇ ਨਿਆਈ ਦੇਖਣ ਦੇ ਲਈ ਸਾਮਰਥੀ ਪਰਮੇਸ਼ਵਰ ਆ। ਤਾਂ ਅਗਰ ਉਹ ਹਨੇਰਿਆਂ ਦੇ ਵਿੱਚ ਚਾਨਣ ਦੀ ਨਿਆਈ ਦੇਖਦਾ, ਤੁਸੀਂ ਕੀ ਸੋਚਦੇ ਕਿ ਜਿਹੜੇ ਲਾਸਟ ਵਿੱਚ ਬੈਠੇ ਅੱਜ ਪ੍ਰਭੂ ਜੀ ਉਹਨਾਂ ਨੂੰ ਨਹੀਂ ਦੇਖ ਰਹੇ? ਜਿਹੜੇ ਮਿਡਲ ਦੇ ਵਿੱਚ ਬੈਠੇ ਕੀ ਉਹਨਾਂ ਨੂੰ ਨਹੀਂ ਦੇਖ ਰਹੇ? ਅੱਜ ਤੁਸੀਂ ਜਿੱਥੇ ਵੀ ਬੈਠੇ ਆ, ਤੁਸੀਂ ਆਪਣੀ ਨੇਚਰ ਦਾ ਕਰਕੇ ਔਰ ਪਰਮੇਸ਼ਵਰ ਜੀ ਦੀ ਸਾਮਰਥ ਦਾ ਕਰਕੇ ਚੰਗੇ ਹੋ ਸਕਦੇ ਆ। ਅਗਰ ਤੁਸੀਂ ਪੂਰਨ ਵਿਸ਼ਵਾਸ ਦੇ ਨਾਲ ਬੈਠੋ, ਅਗਰ ਤੁਸੀਂ ਚੇਲਿਆਂ ਵਾਲਾ ਮਨ ਲੈ ਕੇ ਬੈਠੋ, ਪਰ ਅਗਰ ਸਿਰਫ ਤੁਸੀਂ ਦਰਸ਼ਕ ਆ ਕਿ ਆਓ ਦੇਖੀਏ ਇੱਥੇ ਕੀ ਹੁੰਦਾ ਆ, ਤਾਂ ਹੁੰਦਾ ਸਿਰਫ ਉਹਨਾਂ ਦੇ ਲਈ ਆ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੁੰਦਾ, ਦੂਜਿਆਂ ਦੇ ਲਈ ਤਾਂ ਸਿਰਫ ਤਮਾਸ਼ਾ ਹੀ ਹੁੰਦਾ ਆ। ਹਾਲੇਲੂਇਆ।
सो बाली चंगी गल अपने लिए यह आ कि आपां अपने आप नूं भीड़ नालों बखरिया करिए ते अपना पैर चेलियां दे विच रख लईए। हालेलुया। क्योंकि तुसी इदां देखो, मैं बहुत ही बेसिक एग्जाम्पल्स लैनी आ कि जे आपां किसे ब्याह दे विच गए होए होइए, जां आपां मोस्टली सारे जाणियां ने शादियां तां अटेंड कीतियां ही आ, तो आपां ब्याहां दे विच एक चीज़ देखदे आ कि जिहड़े रिश्तेदार हुंदे आ उन्हां दे कोल कुछ जिम्मेवारियां हुंदियां आ, और जिन्नी नेड़े दी रिश्तेदारी हुंदी आ उन्नी जिम्मेवारी वड्डी हुंदी आ, और जिन्नी नेड़े दी रिश्तेदारी होए उन्ना अधिकार भी वड्डा हुंदा है। इदां हुंदा कि नहीं हुंदा? जेड़ा जे अगर फर्ज करो कि एक बेटी दी शादी आ, तो जेड़ा ओदा भरा आ ओदे कोले किन्नियां ही अथॉरिटीज़ आ और किन्नियां ही ओदे कोले जेड़ियां आ रिस्पॉन्सिबिलिटीज़ आ, ओदे कोल किन्नियां जिम्मेवारियां आ ते किन्ने अधिकार भी आ। जिम्मेवारियां कि मेरा बनदा कि मैं ये काम करा, मेरा फर्ज बनदा कि मैं बरात नूं चंगे तरीके नाल मैनेज करा, और मेरा फर्ज बनदा मैं देखा हलवाई सही काम कर दे कि नहीं, और ओदे कोले अधिकार आ कि अगर कोई वेटर चंगा काम नहीं कर रहा उन्होंने कहे जा भज जा। ओदे कोले अधिकार आ कि वह हलवाइयां नूं कहे बस इन्ना ही बनाओ जां होर बनाओ, तो होर कई तरह के अधिकार ओदे कोल आ, हैगे कि नहीं हैगे। पर एक बंदा जेड़ा सिर्फ दोस्त मित्र दे नाते जां सिर्फ उदा ही आया आ कि आयो जी ब्याह देख जियो आण के, वो बहिंदा आ, खांदा आ, नुक्स कढ़दा आ ते घर नूं चलिया जांदा आ, ना ओदी कोई जिम्मेवारी आ ते ना ओदे कोल कोई अधिकार आ। इस तरह असी इत्थे इस धरती दे उत्ते आए आ एक मकसद दे लई, पर जे साडे कोले एक गूढ़ा रिश्ता आ, जिन्ना गूढ़ा रिश्ता साडा परमेश्वर दे नाल होऊगा उन्नी वड्डी जिम्मेवारी भी साडी होऊगी और उन्ना वड्डा अधिकार भी साडे कोल होएगा। सो डिपेंड करता है कि अगर असी अधिकार लेना चाहते हैं तो सानू जिम्मेवारी भी पूरी करनी पवेगी। बहुत सारे लोग आ वो अधिकारी बनना चाहते हैं पर जिम्मेवार नहीं बनना चाहते। भीड़ कदी जिम्मेवार नहीं हुंदी। भीड़ का मतलब मेले विच आए, मेला देखिया, झूठे माटे कीते ते वापस चले गए, जाके दसिया भी मेला किद्दां दा सीगा, चंगा लगा तो चंगा सी, माड़ा लगा तो माड़ा। उन्हां दा कोई रोल उत्थे नहीं सी कि असी उत्थे मीह आउण वाला सी टेंट चक्या नहीं चक्या। बई असी तो मेले गए सीगे, मेला देख के आ गए, सानू की लगे मीह आ गया। तो जे घरे आया तो मीह आ गया फिर कहना ओहो हो मेले विच सारा कुछ भिज गया होना, चल कोई ना समोसे लियाओ खाइए। बस भीड़ का यह रोल आ। पर जेड़े रिस्पॉन्सिबल आ, जिन्होंने जिम्मेवारी आ, वो सोचते आ कि जो बदल ही हुंदा कि हुण असी की करना आ, हुण सानू की करना चाहिए। जिहड़ियां संगतां आईयां किते ये ना भिज जाण, तां वो सारा कुछ करदे आ, वो लंगर वरताउंदे आ, होर सारे काम करदे, फिर वो एंड विच देखदे कुछ बचिया कि नहीं बचिया। ऐदां नहीं भी पहलां अपने ढिड दी ते फिर दूजियां दी, पर वो पहलां सर्व करदे आ। पर असी की सोचते हैं साढ़े कोल अथॉरिटीज़ होण, असी रोगियां ते हथ रखीए ते रोगी चंगे हो जाण, असी भूतां नूं झड़कीए ते वो निकल जाण। पर असी परमेश्वर दे आखे ना लगीए, जिहड़ियां सानू जिम्मेवारियां मिलियां वो ना असी पूरियां करिए। पर मैं इदां कहनी, तुसी अगर अधिकारी बनना चाहते हैं, इख्तियार लेना चाहते हैं, फस्ट ऑफ ऑल सानू रिलेशनशिप बिल्ड करनी पऊगी। पहला सानू ओदा रिश्तेदार बनना पऊगा, पहला सानू ओदे नेड़े आना पऊगा। और उन्हें इन्ना गूढ़ा रिश्ता साडे लई ठहराया, कहंदा जेड़े मेरे पिछे चलणगे उन्हां नूं मैं अपने धीआं अते पुत्तर होण दा अधिकार बख्शदा आ। ਇਹਦੇ ਨਾਲੋਂ ਗੂੜਾ ਰਿਸ਼ਤਾ ਕੋਈ ਹੋ ਨਹੀਂ ਸਕਦਾ। ਤੁਸੀਂ ਆਪਣੇ ਮਾਮੇ ਮਾਸੀਆਂ ਨੂੰ ਛੱਡਣ ਨੂੰ ਤਿਆਰ ਹੋ ਜੰਨੇ ਆ, ਭੂਆ ਫੁੱਫੀਆਂ ਨੂੰ ਛੱਡਣ ਨੂੰ ਤਿਆਰ ਹੋ ਜੰਨੇ, ਪਰ ਛੇਤੀ ਕਿਤਿਆਂ ਕੋਈ ਬੰਦਾ ਆਪਣੇ ਧੀਆਂ ਪੁੱਤਾਂ ਨੂੰ ਛੱਡਣ ਨੂੰ ਤਿਆਰ ਨਹੀਂ ਹੁੰਦਾ। ਹਾਲਾਂਕਿ ਧੀ ਪੁੱਤ ਮਾਤਾ ਪਿਤਾ ਨੂੰ ਛੱਡਣ ਲਈ ਤਿਆਰ ਹੋ ਜਾਂਦੇ ਆ, ਪਰ ਮਾਤਾ ਪਿਤਾ ਧੀ ਪੁੱਤ ਨੂੰ ਛੇਤੀ ਕਿਤਿਆਂ ਛੱਡਣ ਦੇ ਲਈ ਤਿਆਰ
नहीं हुंदे। और उन्हें इन्ना जबरदस्त, इन्ना प्यार वाला, इन्ना इन्ना रिस्पॉन्सिबिलिटी वाला रिश्ता परमेश्वर ने साडे लई रखिया। क्योंकि एक माता अपने बच्चे नूं लुक आफ्टर करदी आ। जे वो गंदा आ उन्हूं नवाउंदी आ, उन्हूं सवारदी आ। जे वो भुखा आ उन्हूं खाण नूं दिंदी आ। एक पिता जे उहदे बच्चे कोल कुछ नहीं आ, वो कित्तेओं भी मेहनत करके अपने बच्चे दी जरूरत नूं पूरियां करदा आ। उन्हें वो रिश्ता साडे लई ठहराया जिहदे विच गैर जिम्मेवारी नहीं आ। वो सानूं जदों असीं गुनाह दे नाल लिबड़े हुन्ने, वो एक चंगी सियाणी मां दी न्याई सानूं नवाउंदा ते साफ करदा, कहंदा तुहाडे गुनाह भावें किरमच जाए लाल होण, पर मैं बर्फ जाए चिट्टे कर दियांगा, मैं उन्न वर्गे साफ कर दियांगा। सो वो सानूं खाण नूं दिंदा। वो यहोवा यिरे आ, कहंदा मुट्ठी खोलदा ते धरती दे सब जीआं नूं रजा दिंदा आ। और वचन दे विच लिखिया, कहंदा मैं तुहानूं मां नालों भी वध प्यार करदा। हो सकदा कहंदा एक दुध चंगाउंदी मां अपने न्याणे नूं भुल जाए, पर कहंदा मैं तुहानूं कदी ना भुल्लांगा ना त्यागांगा। इन्ना प्रेम करदा। और कहंदा तुसी धरती दे प्यो होके, तुसी बद मन वाले प्यो होके, तुसी माड़े होके अपने बच्चों नूं चंगियां चीज़ां देनियां जाणदे आ। कहंदा तुसी उन्हां नूं आंडा मंगे ते तुसी उन्हां नूं सप नहीं दिंदे, कहंदा तुसी उन्हां नूं कंडे नहीं दिंदे, पर कहंदा मैं तुहाडा आसमानी बाप आ, मैं तुहाडा आत्मक पिता आ, मैं किन्ना वध तुहाडे नाल प्रेम करदा आ। सो उन्हें अपने आप नूं मां बना के भी साडे लई रखिया, उन्हें अपने आप नूं पिता बना के भी साबित किया। पर जे हुण तुसी अधिकार प्राप्त करना चाहते, तुहानूं उहदे नाल रिश्ता निभाउणा पएगा, तुहानूं उहदा बेटा बनना पएगा, तुहानूं उहदी बेटी बनना पएगा। और जदों तुसी उस रिश्ते दे विच आ जाओगे ते जो कुछ पिता दे कोल होए वो उहदे बच्चिआं दा हुंदा है। हालेलुया। तां साडे पिता दे कोले वंडरफुल चीज़ां आ, अद्भुत चीज़ां आ, बहुत चंगियां चीज़ां आ। शिफा साडे पिता दे कोल, खुशी साडे पिता दे कोल, बरकत साडे पिता दे कोल, छुटकारा साडे पिता दे कोल, शांति साडे पिता दे कोल, आज़ादी साडे पिता दे कोल, धन साडे पिता दे कोल, सारियां चीज़ां तां साडे पिता दे कोल आ। और वो सब दियां सब साडियां हो सकदियां जे असी ओदे नाल रिश्ते दे विच आ जाइए, जे असी ओदे चेले बन जाइए, जे असी ओदे लई चंगे विश्वासी बन जाइए, पुत्तर अते धीआं बन जाइए। वो सब चीज़ां जिन्हां दी तुसी भुख ते प्यास रखदे आ। एक मनुख दे मन दी इच्छा की आ कि ओदा घर बरकत नाल भरिया होए, ओदा जिस्म तंदुरुस्त होए, ओदे खाण पीण नूं हर प्रकार दे व्यंजन ओनू प्रॉपर टाइम ते मिलदे रहन। ये सब दियां सब चीज़ां साडे पिता दे कोल हन। अगर असी अधिकारी बनना इन्हां चीज़ां दे तां फिर सानू जिम्मेवारियां निभाउणियां पैणगियां। और जिम्मेवारियां की आ? नेचा करो, बपतिस्मा लवो, सरबत सृष्टि दे सामने जाके खुशखबरी दा प्रचार करो। खुशखबरी दा प्रचार की जिस दुख चों तुहानू कढ़िया परमेश्वर ने किद्दां कढ़िया, किहदी मदद दे नाल कढ़िया? प्रभु यीशु मसीह दे लहू दे वसीले नाल कढ़िया, प्रभु यीशु मसीह जी दे बलिदान दे वसीले नाल कढ़िया। अपनी टेस्टमनी नू शेयर करो कि मैं किद्दां बचाया गया, किद्दां मेरे हंझू सुक्के, किन्ने मेरे हंझू पूंजे, किन्ने मैनू शिफा दित्ती। रौला पाओ कि सानू रब लभ गया। तुहाडा काम सिर्फ रौला पाउणा आ, जिन्हां नू बचाउणा आ परमेश्वर ने उन्हां नू आपे ही उन्हां दे कन्नां विच उन्हां वर्ड्स नू फिट करके उन्हां दे मनां तक लै जाना आ। तुहाडा काम पूरा हो जाना। जदों तुसी जिम्मेवार बन गए उदों तुसी अधिकारी भी बन जाओगे कि जेड़े अधिकार पवित्र बाइबल दे विच दिते गए आ तुसी उन्हां दा इस्तेमाल कर सको। पर जदों तक तुसी जिम्मेवार नहीं बनोगे उदों तक तुहाडी जिंदगी च अधिकार काम नहीं कर सकते। इसलिए जिद्दां हुण आपां कलीसिया आ, आपां चर्च आ, चर्च ये जड़ियां टीना पईयां होईयां ये एंगल लगे होए इहदा नाम चर्च नहीं आ, इहदा नाम इमारत आ। ये इमारत आ, एक शैड आ। ये चर्च कदों बनदा आ? जदों तुसी ते असी इत्थे आण के इकट्ठे हुन्ने आ, साडे परमेश्वर दी महिमा करदे आ, सिताइश करदे आ, ओदे वचन नू सिखदे आ, ओदे वचन नू सुणदे आ और परमेश्वर दी हजूरी नू महसूस करदे आ, उदों ये जगह चर्च बन जांदी आ। हालेलुया। तां जदों असी चर्च दे विच आ, जदों असी कलीसिया दे विच आ, इत्थे भी साडे बहुत सारे रोल आ,
ਇੱਥੇ ਵੀ ਸਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ। ਔਰ ਜੇ ਅਸੀਂ ਆਪਣੇ ਹੀ ਘਰ ਤੋਂ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਾਂਗੇ ਤਾਂ ਆਪਾਂ ਕਿੱਦਾਂ ਦੁਨੀਆ ਦੇ ਵਿੱਚ ਜਾ ਕੇ ਜ਼ਿੰਮੇਵਾਰ ਬਣ ਸਕਦੇ ਹਾਂ। ਆਪਾਂ ਜਦੋਂ ਆਪਣੀ ਬੇਟੀ ਗਰੋ ਅਪ ਹੁੰਦੀ ਆ, ਜਦੋਂ ਉਹ ਜਵਾਨ ਹੁੰਦੀ, ਆਪਾਂ ਉਹਨੂੰ ਕੀ ਕਹਿੰਦੇ, ਤੂੰ ਇੱਥੇ ਹੀ ਕੰਮ ਸਿੱਖ ਲਾ, ਗਾਂ ਤੈਨੂੰ ਕਿਸੇ ਨੇ ਨਹੀਂ ਸਿਖਾਉਣਾ। ਜੇ ਤੂੰ ਸਾਡੇ ਨਹੀਂ ਆਖੇ ਲੱਗਦੀ, ਤੂੰ ਬਗਾਨਿਆਂ ਦੇ ਕੀ ਆਖੇ ਲੱਗਣਾ। ਆਪਾਂ ਕਹਿੰਦੇ ਕਿ ਨਹੀਂ ਕਹਿੰਦੇ? ਇੱਦਾਂ ਹੀ ਆਪਾਂ ਆਪਣੇ ਮੁੰਡਿਆਂ ਨੂੰ ਕਹਿੰਦੇ, ਜੇ ਤੂੰ ਸਾਡੇ ਸਾਹਮਣੇ ਨਹੀਂ ਕੰਮ ਕਰਕੇ ਦਿਖਾਉਂਦਾ, ਤੂੰ ਵਿਦੇਸ਼ ਜਾ ਕੇ ਕੀ ਕੰਮ ਕਰਨਾ ਆ, ਉੱਥੇ ਤੈਂ ਕੀ ਖੋਣੇ ਆ। ਇਸੇ ਹੀ ਤਰ੍ਹਾਂ ਜੇ ਤੁਸੀਂ ਆਪਣੀ ਹੀ ਚਰਚ ਦੇ ਅੰਦਰ, ਜਿੱਥੇ ਤੁਹਾਨੂੰ ਪ੍ਰੋਪਰ ਲੀਡ ਕੀਤਾ ਜਾਂਦਾ, ਤੁਹਾਡੀ ਅਗਵਾਈ ਕੀਤੀ ਜਾਂਦੀ, ਦੱਸਿਆ ਜਾਂਦਾ, ਜੇ ਤੁਸੀਂ ਉੱਥੇ ਹੀ ਕੰਮ ਨਹੀਂ ਕਰੋਗੇ ਤਾਂ ਤੁਸੀਂ ਗੈਰ ਵਿਸ਼ਵਾਸੀਆਂ ਦੇ ਵਿੱਚ ਜਾ ਕੇ ਕਿੱਦਾਂ ਕਾਮਯਾਬ ਹੋਵੋਗੇ। ਅਗਰ ਤੁਸੀਂ ਆਪਣੀ ਚਰਚ ਦੇ ਵਿੱਚ ਜ਼ਿੰਮੇਵਾਰ ਨਹੀਂ ਬਣੋਗੇ ਤਾਂ ਦੁਨੀਆ ਵਿੱਚ ਜਾ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਕਿੱਦਾਂ ਸਾਬਤ ਕਰੋਗੇ। ਇਸ ਲਈ ਸਾਨੂੰ ਆਪਣੇ ਘਰ ਤੋਂ ਸ਼ੁਰੂ ਹੋਣਾ ਪਏਗਾ, ਸਾਨੂੰ ਆਪਣੀ ਚਰਚ ਤੋਂ ਸ਼ੁਰੂ ਹੋਣਾ ਪਏਗਾ। ਸਾਨੂੰ ਇੱਥੇ ਇੱਕ ਅੱਛੇ ਰਿਸਪੌਂਸਿਬਲ ਬਲੀਵਰ ਬਣਨਾ ਹੋਏਗਾ, ਰਿਸਪੌਂਸਿਬਲ ਸਨ ਐਂਡ ਡਾਟਰ ਬਣਨਾ ਪਏਗਾ। ਸਾਨੂੰ ਇੱਕ ਜ਼ਿੰਮੇਵਾਰ ਵਿਸ਼ਵਾਸੀ, ਜ਼ਿੰਮੇਵਾਰ ਵਿਅਕਤੀ, ਜ਼ਿੰਮੇਵਾਰ ਬੇਟਾ ਤੇ ਬੇਟੀ ਬਣਨਾ ਪਏਗਾ। ਤਾਂ ਜਾ ਕੇ ਅਸੀਂ ਇੱਕ ਅੱਛੀ ਰਿਲੇਸ਼ਨਸ਼ਿਪ ਦੇ ਵਿੱਚ ਆਵਾਂਗੇ, ਔਰ ਤਾਂ ਜਾ ਕੇ ਅਸੀਂ ਸਾਬਤ ਕਰ ਪਾਵਾਂਗੇ ਅਸੀਂ ਭੀੜ ਨਹੀਂ ਪਰ ਅਸੀਂ ਚੇਲੇ ਆ। ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਤੀਕਰ ਪਰਮੇਸ਼ਵਰ ਦੇ ਚਾਹੁਣ ਵਾਲਿਆਂ ਦੇ ਨਾਲ ਬਣੀ ਰਹੇ। ਆਮੀਨ। ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 01822 516 777।